ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਇਸ ਵੇਲੇ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਦਖਲ ਦੇ ਬਾਅਦ ਵੀ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ ਦੀ ਕਾਰਜਸ਼ੈਲੀ ਤੋਂ ਨਾਰਾਜ਼ ਧੜੇ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਨੇ। ਕਾਂਗਰਸ ਦੇ ਅੰਦਰ ਬੇਅਦਬੀਆਂ ਦੀ ਅਧੂਰੀ ਤਫਤੀਸ਼ ਤੋਂ ਸ਼ੁਰੂ ਹੋਈ ਤਕਰਾਰ ਦੇ ਵਿੱਚ ਹਰ ਰੋਜ਼ ਨਵੇਂ ਪੰਨੇ ਜੁੜ ਰਹੇ ਨੇ। ਪਹਿਲਾਂ ਪ੍ਰਗਟ ਸਿੰਘ ਦਾ ਦਾਵਾ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਪੁਰਾਣੀ ਫਾਈਲ ਖੁੱਲਣ ਤੋਂ ਬਾਅਦ ਤਾਂ ਬਾਗੀ ਤੇਵਰਾਂ ਵਾਲਾ ਖੇਮਾ ਮੁੜ ਤੋਂ ਇਕਜੁੱਟ ਹੋ ਗਿਆ। ਮੰਗਲਵਾਰ ਨੂੰ ਚੰਡੀਗੜ੍ਹ ਦੇ ਵਿੱਚ ਹੀ ਚੰਨੀ ਦੇ ਘਰ ਦੇ ਉੱਤੇ तमाम ਉਹ ਆਗੂ ਜੁਟੇ ਜੋ ਆਪਣੀ ਸਰਕਾਰ ਤੋਂ ਖਫਾ ਚੱਲ ਰਹੇ ਨੇ। ਦਾਵਾ ਇਹ ਕਿ ਇਸ ਬੈਠਕ ਦੇ ਵਿੱਚ 5 ਮੰਤਰੀ ਅਤੇ 7 ਵਿਧਾਇਕ ਸ਼ਾਮਲ ਹੋਏ ਨੇ। भाई ਅੱਜ ਮੀਟਿੰਗ ਚ ਕੌਣ ਸੀ, ਕਿੰਨੇ ਮੰਤਰੀ ਸੀ, ਕੌਣ ਸੀ, ਅੱਜ ਦਾ ਥੋੜਾ ਕਲੀਅਰ ਕਰ ਦਿਓ। 5 ਮੰਤਰੀ ਨੇ, 7 ਐਮਐਲਏ ਨੇ। ਕਿਹੜੇ ਸੀ ਇਹ ਨਹੀਂ ਮੈਂ ਦੱਸ ਸਕਦਾ। ਚੰਨੀ ਦੇ ਘਰ ਦੇ ਉੱਤੇ ਬੈਠਕ ਅਜਿਹੇ ਸਮੇਂ ਵਿੱਚ ਹੋਈ ਜਦੋਂ ਆਲਾ ਕਮਾਨ ਵੀ ਐਕਸ਼ਨ ਦੇ ਵਿੱਚ ਹੈ ਅਤੇ ਪਾਰਟੀ ਇੰਚਾਰਜ ਹਰੀਸ਼ ਰਾਵਤ ਨੇ ਨਾਰਾਜ਼ ਆਗੂਆਂ ਦੇ ਨਾਲ ਬਕਾਇਦਾ ਗੱਲਬਾਤ ਵੀ ਕੀਤੀ ਹੈ। ਇਸ ਗੱਲਬਾਤ ਦਾ ਅਸਰ ਇਹ ਰਿਹਾ ਕਿ ਚੰਨੀ ਖੁਦ ਤਾਂ ਮੀਡੀਆ ਦੇ ਸਾਹਮਣੇ ਨਹੀਂ ਆਏ, ਪਰ ਬਾਕੀ ਸਾਥੀਆਂ ਨੇ ਮਨ ਦੀ ਗੱਲ ਜ਼ਰੂਰ ਕਹਿ ਦਿੱਤੀ। ਰਾਵਤ ਸਾਹਿਬ ਨੇ ਤੇ ਇਹੀ ਗੱਲ ਕਹੀ ਹੈ ਕਿ ਅਸੀਂ ਬੜੇ ਫਿਕਰਮੰਦ ਆ। ਅਸੀਂ ਕਿਹਾ ਜੀ ਤੁਸੀਂ ਫਿਕਰਮੰਦ ਜ਼ਰੂਰ ਹੋ, ਤੇ ਬਟ ਪੰਜਾਬ ਦੇ ਵਿੱਚ ਆ ਕੇ ਸੰਗਿਆਨ ਲਓ। ਤੁਸੀਂ ਸਾਰੀ ਕਾਂਗਰਸ ਦੀ ਲੀਡਰਸ਼ਿਪ, ਜਿੰਨੇ ਕਾਂਗਰਸ ਦੇ ਵਿੱਚ ਜਿੰਨੇ ਵੀ ਐਮਐਲਏਜ਼ ਨੇ ਤੇ ਮਿਨਿਸਟਰਸ ਨੇ, ਉਹਨਾਂ ਨੂੰ 1 to 1 ਮੀਟਿੰਗ ਕਰਕੇ ਪੰਜਾਬ ਦੀ ਅਸਲ ਜਿਹੜੀ ਗਰਾਊਂਡ ਦੀ ਸਥਿਤੀ ਹੈ ਪੋਲੀਟੀਕਲ ਤੌਰ ਤੇ, ਉਹ ਐਮਐਲਏਜ਼ ਨੂੰ 1 by 1 ਪੁੱਛੋ। ਅਜਿਹੇ ਚ ਹਰੀਸ਼ ਰਾਵਤ ਨੇ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਕਿ ਡੈਮੇਜ ਕੰਟਰੋਲ ਕੀਤਾ ਜਾਵੇ, ਮਸਲੇ ਨੂੰ ਸੁਲਝਾਇਆ ਜਾਵੇ, ਮੰਤਰੀ ਵਿਧਾਇਕ ਨਾ ਬੋਲਣ, ਲੇਕਿਨ ਬਾਵਜੂਦ ਉਸਦੇ ਅਸੀਂ ਦੇਖ ਰਹੇ ਹਾਂ ਕਿ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸਾਰੇ ਲੀਡਰਾਂ ਦੀ ਮੁਲਾਕਾਤ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰ ਹੁੰਦੀ ਹੈ। ਜੋ 5 ਮੰਤਰੀ ਬੈਠਕ ਦਾ ਹਿੱਸਾ ਰਹੇ, ਉਹਨਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਿੱਧਾ ਚੰਨੀ ਦੇ ਖਿਲਾਫ 3 ਸਾਲ ਪੁਰਾਣੇ ਕੇਸ ਦੇ ਵਿੱਚ ਮਹਿਲਾ ਕਮਿਸ਼ਨ ਦੀ ਜਾਂਚ ਨੂੰ ਲੈ ਕੇ ਹੀ ਸਵਾਲ ਚੁੱਕ ਦਿੱਤੇ ਨੇ। ਜਿਸ ਦੇ ਵਿੱਚ ਕੰਪਲੇਨੈਂਟ ਕੋਈ ਨਹੀਂ, ਕਿਸੇ ਦੀ ਗੱਲ ਕੋਈ ਨਹੀਂ, ਉਸ ਮੁੱਦੇ ਨੂੰ ਚੁੱਕਣਾ ਬੜੀ ਬਦਕਿਸਮਤੀ ਆ। ਲੜਾਈ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਬਾਰੇ ਆ। ਲੜਾਈ ਸਾਡੀ ਜੋ ਸਾਡੇ ਇਲੈਕਸ਼ਨ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਅਸੀਂ ਡਰੱਗਸ ਦੇ ਉੱਤੇ, ਅਸੀਂ ਇਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਪਰ ਜਿਹੜੀ ਗੱਲ ਹੋਈ ਆ, ਉਹਦੇ ਤੋਂ ਦੂਜਾ ਸਾਡਾ ਕੋਈ ਸਟੈਪ ਨਹੀਂ। ਇੱਕ ਆਗੂ ਦੇ ਤੇਵਰ ਦੇਖੋਗੇ ਤਾਂ ਸਾਫ਼ ਸਮਝ ਆਵੇਗਾ ਕਿ ਕਾਂਗਰਸ ਦੇ ਅੰਦਰ ਮੌਜੂਦਾ ਹਾਲਾਤ ਕੀ ਨੇ, ਕਿਉਂਕਿ ਇੱਕ ਦਿਨ ਪਹਿਲਾਂ ਸੀਐਮ ਦਫ਼ਤਰ ਤੇ ਧਮਕੀ ਦਾ ਇਲਜ਼ਾਮ ਲਗਾਉਣ ਵਾਲੇ ਪ੍ਰਗਟ ਵੀ ਇਸ ਬੈਠਕ ਦਾ ਹਿੱਸਾ ਬਣੇ ਅਤੇ ਚੰਨੀ ਦੇ ਨਾਲ ਖੜੇ ਰਹੇ। ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਹੁੰਦਾ, ਉਹ ਕਦੀ ਵੀ ਧਰਨਿਆਂ ਦੀ ਗੱਲ ਨਹੀਂ ਕਰਦਾ ਹੁੰਦਾ ਤੇ ਕਦੀ ਵੀ ਖੁਦ ਪਾਰਟੀ ਹਾਈ ਕਮਾਂਡ ਦੀ ਗੱਲ ਨਹੀਂ ਕਰਦਾ ਹੁੰਦਾ, ਕਿਉਂਕਿ ਜਦੋਂ ਤੁਸੀਂ ਕਨਸਟੀਟਿਊਸ਼ਨਲ ਅਹੁਦੇ ਤੇ ਹੈਗੇ ਆ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਨਾਲ ਨਹੀਂ ਲੱਗਦੀਆਂ। ਤੇ ਉਹਦੇ ਤੋਂ ਬਾਅਦ ਹਾਈ ਕੋਰਟ ਤੇ ਸੁਪਰੀਮ ਕੋਰਟ, ਮੈਨੂੰ ਲੱਗਦਾ ਇਹਨਾਂ ਨੂੰ ਅਪਡੇਟ ਕਰ ਲੈਣੀ ਚਾਹੀਦੀ ਨੌਲੇਜ, ਵੀ ਤਾਂ ਕਿ ਜੇ ਕਿਸੇ ਬੰਦੇ ਨੂੰ ਕਿਸੇ ਦੇ ਅਗੇਂਸਟ ਕੁਝ ਕਹਾਉਣਾ ਵੀ ਆ ਤੇ ਕਮ ਸੇ ਕਮ ਉਹਨੂੰ ਨੌਲੇਜ ਤਾਂ ਹੋਵੇ ਉਸ ਗੱਲ ਦੀ, ਕਿਉਂਕਿ ਮੈਨੂੰ ਨਹੀਂ ਲੱਗਦਾ ਇਦਾਂ ਦੀ ਗੱਲ ਸਾਨੂੰ ਕਰਨੀ ਚਾਹੀਦੀ ਆ। ਸੋ ਇਹ ਤਾਂ ਅਨਫੋਰਚੂਨੇਟ ਹੈਗਾ। ਅਜਿਹੇ ਚ ਇਹ ਲੜਾਈ ਕਿੱਥੋਂ ਤੱਕ ਖਤਮ ਹੋਏਗੀ ਕਿ ਪਾਰਟੀ ਆਲਾ ਕਮਾਨ ਇਹ ਲੜਾਈ ਖਤਮ ਕਰ ਪਾਏਗੀ? ਹਰੀਸ਼ ਰਾਵਤ ਦੇ ਟੈਲੀਫੋਨ ਦਾ ਤਾਂ ਕੋਈ ਅਸਰ ਨਹੀਂ ਹੋਇਆ, ਲੇਕਿਨ ਜਾਣਕਾਰੀ ਇਹ ਮਿਲ ਰਹੀ ਹੈ ਕਿ ਅਗਲੇ ਕੁਝ ਦਿਨਾਂ ਚ ਹਰੀਸ਼ ਰਾਵਤ ਚੰਡੀਗੜ੍ਹ ਆ ਕੇ ਲੀਡਰਾਂ ਦੇ ਨਾਲ ਮੁਲਾਕਾਤ ਕਰਨਗੇ, 1 to 1 ਮੁਲਾਕਾਤ ਕਰਨਗੇ। ਦਿੱਲੀ ਨੇ ਜ਼ਿੰਮੇਵਾਰੀ ਲਗਾਈ ਹੈ, ਦਿੱਲੀ ਯਾਨੀ ਹਾਈ ਕਮਾਨ ਹੋਰਾਂ ਨੇ ਜ਼ਿੰਮੇਵਾਰੀ ਲਗਾਈ ਹੈ। ਬਾਗੀ ਤੇਵਰਾਂ ਦੀ ਸ਼ੁਰੂਆਤ ਸਿੱਧੂ ਤੋਂ ਹੋਈ ਸੀ, ਪਰ ਇਸ ਤੋਂ ਬਾਅਦ ਤਾਂ ਫਹਿਰਿਸਤ ਲੰਬੀ ਹੁੰਦੀ ਚਲੀ ਜਾ ਰਹੀ ਹੈ। ਨਾਰਾਜ਼ ਆਗੂ ਨਾ ਸਿਰਫ ਖੁੱਲ੍ਹ ਕੇ ਬੋਲ ਰਹੇ ਨੇ, ਬਲਕਿ ਆਪਣੀ ਸਰਕਾਰ ਦੇ ਖਿਲਾਫ ਰਣਨੀਤੀ ਤਿਆਰ ਕਰਨ ਦੇ ਲਈ ਬੈਠਕਾਂ ਦਾ ਹਿੱਸਾ ਬਣ ਰਹੇ ਨੇ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਉਧਰ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੇ ਮਾਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਵੀ ਸਰਕਾਰ ਨੂੰ ਘੇਰਿਆ ਤੇ ਸਰਕਾਰ ਦੇ ਨਾਲ ਨਵਜੋਤ ਸਿੱਧੂ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ। ਕੋਈ ਵੀ ਆਈਐਸ ਅਫਸਰ, ਐਵਰੀਬਾਡੀ ਸੈਲਫ ਰਿਸਪੈਕਟਿੰਗ, ਧੀਆਂ ਭੈਣਾਂ ਇੱਥੇ ਵੀ ਬੈਠੀਆਂ ਨੇ, ਜੇ ਕਿਸੇ ਨਾਲ ਬੇਇਨਸਾਫੀ ਹੋ, ਬਦਸਲੂਕੀ ਹੋ, ਫੇਰ ਹੀ ਉਹ ਜਾ ਕੇ ਸ਼ਿਕਾਇਤ ਕਰੂ। ਐ ਕੋਈ ਕਮਲਾ ਨਹੀਂ ਜਾ ਕੇ ਸ਼ਿਕਾਇਤ ਕਰਦੇ। ਔਰ ਏਡੀ ਆਲਾ ਅਫਸਰ ਨੇ ਉਦੋਂ ਸ਼ਿਕਾਇਤ ਕੀਤੀ ਸੀ, ਮਗਰ ਉਦੋਂ ਦੀ ਪੋਲਿਟਿਕਸ ਕੁਝ ਹੋਰ ਸੀ।
ਇਹ ਕਪਤਾਨ ਦੇ ਪੈਰਾਂ ਤੇ ਡਿੱਗ ਗਿਆ ਤੇ ਕਪਤਾਨ ਨੇ ਵੀ ਧੋਖਾ ਕੀਤਾ, ਪੰਜਾਬ ਦੀਆਂ ਧੀਆਂ ਭੈਣਾਂ ਨਾਲ ਧੋਖਾ ਕੀਤਾ। ਔਰ ਅੱਜ ਉਹ ਸੱਚ ਰੱਬ ਦੀ ਮਿਹਰ ਹੋਈ ਹੈ, ਅੱਜ ਉਹ ਸੱਚ ਬਾਹਰ ਆਉਂਦਾ, ਅੱਜ ਉਹ ਸੱਚ ਸਾਹਮਣੇ ਆਉਂਦਾ। ਜਿਹੜੀ ਮਨੀਸ਼ਾ ਗੁਲਾਟੀ ਜੀ ਉਦੋਂ ਚੁੱਪ ਕਰਾਤੀ ਸੀ, ਅੱਜ ਕਹਿੰਦੀ ਮੈਂ ਭੁੱਖ ਹੜਤਾਲ ਤੇ ਬੈਠੂ। ਤੁਹਾਨੂੰ ਆਵੇ ਆ ਸੱਚ ਇਹ ਵੀ ਵੇਖ ਲਓ, ਫੋਟੋ ਕਿੱਥੇ ਦੂਜੀ ਦਿਖਾਈ ਫੋਟੋ ਆ ਰਾਮ ਰਹੀਮ ਦੀ ਵੀ ਦੱਸਦੀ ਨਾ, ਆ ਵੇਖਿਓ ਆ ਛੋਟੀ ਫੋਟੋ, ਆ ਲਓ ਫੋਟੋ, ਆ ਕਿਹਦੇ ਅੱਗੇ ਹੱਥ ਜੋੜੀ ਖੜਾ, ਇਹਦਾ ਭਰੋਸਾ ਕਰੈਕਟਰਲੈਸ ਬੰਦੇ ਦਾ। ਇਹ ਤਾਂ ਸਾਰੇ ਮਤਲਬ ਇਹ ਤਾਂ ਖੜੇ ਪੈਰ ਵੇਚਦੇ, ਪਤਾ ਨਹੀਂ ਕਿਹਨੂੰ ਇਹ ਕਰੂ ਬੇਅਦਬੀ ਦੀਆਂ ਗੱਲਾਂ। ਆ ਕਿਹਦੇ ਹੱਥ ਜੋੜੀ ਖੜਾ, ਅਗਲੀ ਫੋਟੋ ਵਿਖਾਈ, ਆ ਵੇਖੋ ਆ ਕਿੱਧਰ ਕਿਹਦੇ ਪੈਰਾਂ ਤੇ ਡਿੱਗਿਆ ਵੇਖਿਆ। ਦੱਸੋ ਕੋਈ ਸਿਆਸੀ ਲੀਡਰ ਲਿਖਾਓ ਜਿਹੜਾ ਇਸ ਤਰ੍ਹਾਂ ਬਾਪੇ ਦੇ ਪੈਰਾਂ ਤੇ ਡਿੱਗਿਆ ਹੋਵੇ। ਹਨੀਪ੍ਰੀਤ ਵੀ ਕੁਛ ਹੁੰਦੀ ਸੀ ਜਦੇ ਬੋਲਦਾ ਸੀ ਕਿ ਇਹ ਤਾਂ ਕਿਤੇ ਮੈਨੂੰ ਬਾਪੇ ਨੂੰ ਮੇਰੇ। ਅਗਲੀ ਖਬਰ ਹਾਂਸੀ ਤੋਂ ਆ ਰਹੀ ਹੈ। ਹਾਂਸੀ ਦੇ ਵਿੱਚ ਕਿਸਾਨਾਂ ਨੇ ਜੇਜੇਪੀ ਵਿਧਾਇਕ ਦਾ ਵਿਰੋਧ ਕੀਤਾ। ਕਿਸਾਨਾਂ ਨੇ ਵਿਧਾਇਕ ਜੋਗੀ ਰਾਮ ਸਿਹਾਗ ਦਾ ਘਿਰਾਓ ਕੀਤਾ ਹੈ ਔਰ ਰਾਮਾਇਣ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਵਿਰੋਧ ਕੀਤਾ। ਹਿਸਾਰ ਤੋਂ ਦਿੱਲੀ ਜਾ ਰਹੇ ਸਨ ਵਿਧਾਇਕ ਜੋਗੀ ਰਾਮ, ਜਿੱਥੇ ਕਿ ਉਹਨਾਂ ਦਾ ਵਿਰੋਧ ਕਰਨ ਵਾਸਤੇ ਕਿਸਾਨ ਜੁਟ ਗਏ ਔਰ ਬਰਵਾਲਾ ਤੋਂ ਜੇਜੇਪੀ ਵਿਧਾਇਕ ਨੇ ਜੋਗੀ ਰਾਮ, ਜਿਨ੍ਹਾਂ ਦੇ ਵਿਰੋਧ ਦੇ ਵਿੱਚ ਕਿਸਾਨ ਜੁਟ ਗਏ ਔਰ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਔਰ ਜਿੱਥੇ ਵੀ ਜੇਜੇਪੀ ਜਾਂ ਫਿਰ ਬੀਜੇਪੀ ਦੇ ਵਿਧਾਇਕ ਜਾਂ ਫਿਰ ਕੋਈ ਵੀ ਆਗੂ ਪਹੁੰਚਦੇ ਨੇ ਤਾਂ ਕਿਸਾਨਾਂ ਵੱਲੋਂ ਵੱਧ ਚੜ੍ਹ ਕੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਔਰ ਤਾਜ਼ਾ ਮਾਮਲਾ ਹਾਂਸੀ ਤੋਂ ਸਾਹਮਣੇ ਆਇਆ ਹੈ। ਹਾਂਸੀ ਦੇ ਵਿੱਚ ਕਿਸਾਨਾਂ ਨੇ ਜੇਜੇਪੀ ਵਿਧਾਇਕ ਜੋਗੀ ਰਾਮ ਸਿਹਾਗ ਦਾ ਵਿਰੋਧ ਕੀਤਾ ਹੈ ਔਰ ਜਦੋਂ ਹਿਸਾਰ ਤੋਂ ਦਿੱਲੀ ਜਾ ਰਹੇ ਸੀ ਵਿਧਾਇਕ ਜੋਗੀ ਰਾਮ, ਤਾਂ ਉਸ ਵੇਲੇ ਕਿਸਾਨਾਂ ਨੇ ਉਹਨਾਂ ਨੂੰ ਘੇਰਾਬੰਦੀ ਕਰਕੇ ਉਹਨਾਂ ਦਾ ਵਿਰੋਧ ਕੀਤਾ। ਰਾਮਾਇਣ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਵਿਰੋਧ ਕੀਤਾ। ਬਰਵਾਲਾ ਤੋਂ ਜੇਜੇਪੀ ਵਿਧਾਇਕ ਨੇ ਜੋਗੀ ਰਾਮ ਸਿਹਾਗ। ਅਗਲੀ ਖਬਰ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਬੱਚਿਆਂ ਤੇ ਵੈਕਸੀਨ ਦਾ ਟ੍ਰਾਇਲ ਛੇਤੀ ਕੀਤਾ ਜਾਵੇਗਾ। 10 ਤੋਂ 12 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਵੇਗਾ ਟ੍ਰਾਇਲ ਔਰ 525 ਬੱਚਿਆਂ ਤੇ ਪਹਿਲਾਂ ਟ੍ਰਾਇਲ ਕੀਤਾ ਜਾਵੇਗਾ। ਕੋਵੈਕਸੀਨ ਦਾ ਇਸਤੇਮਾਲ ਕੀਤਾ ਜਾਵੇਗਾ ਇਸ ਟ੍ਰਾਇਲ ਦੇ ਦੌਰਾਨ। ਹਾਲ ਹੀ ਦੇ ਵਿੱਚ DCGI ਨੇ ਟ੍ਰਾਇਲ ਨੂੰ ਪ੍ਰਵਾਨਗੀ ਦਿੱਤੀ ਹੈ। ਤਾਂ ਹੁਣ ਬੱਚਿਆਂ ਤੇ ਕੋਵੈਕਸੀਨ ਦਾ ਟ੍ਰਾਇਲ ਹੋਵੇਗਾ ਕਿ ਆਖਿਰ ਕਿਉਂਕਿ ਖਬਰਾਂ ਇਹ ਵੀ ਨਿਕਲ ਕੇ ਆ ਰਹੀਆਂ ਸੀ ਕਿ ਜੋ ਥਰਡ ਵੇਵ ਯਾਨੀ ਕਿ ਤੀਜੀ ਲਹਿਰ ਆਉਣ ਵਾਲੀ ਹੈ ਕਰੋਨਾ ਦੀ, ਤਾਂ ਉਸ ਤੋਂ ਸਭ ਤੋਂ ਵੱਧ ਅਸਰ ਵਿੱਚ ਬੱਚੇ ਹੋਣਗੇ, ਸਭ ਤੋਂ ਵੱਧ ਪ੍ਰਭਾਵਿਤ ਤੇ ਬੱਚਿਆਂ ਨੂੰ ਕਰੇਗਾ, ਜਿਸ ਤੋਂ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਨੇ। ਤਾਂ ਸਿਹਤ ਮੰਤਰਾਲੇ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਕਿ ਹੁਣ ਬੱਚਿਆਂ ਤੇ ਵੈਕਸੀਨੇਸ਼ਨ ਦਾ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। 10 ਤੋਂ 12 ਦਿਨਾਂ ਦੇ ਵਿੱਚ ਬੱਚਿਆਂ ਦੇ ਟ੍ਰਾਇਲ ਸ਼ੁਰੂ ਹੋਣਗੇ। ਸਭ ਤੋਂ ਪਹਿਲਾਂ 525 ਬੱਚਿਆਂ ਤੇ ਕੋਵੈਕਸੀਨ ਦਾ ਟ੍ਰਾਇਲ ਕੀਤਾ ਜਾਵੇਗਾ। ਇਸ ਦੇ ਰਿਜ਼ਲਟਸ ਦੇਖੇ ਜਾਣਗੇ ਕਿ ਆਖਿਰ ਬੱਚੇ ਵੈਕਸੀਨ ਦੇ ਲਈ ਕਿੰਨੇ ਕੁ ਤਿਆਰ ਨੇ ਔਰ ਕਿਸ ਤਰ੍ਹਾਂ ਉਹਨਾਂ ਦੀ ਬਾਡੀ ਰਿਐਕਟ ਕਰ ਰਹੀ ਹੈ ਵੈਕਸੀਨ ਤੋਂ ਬਾਅਦ। ਇਹ ਸਾਰੀ ਚੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ DCGI ਨੇ ਇਸ ਟ੍ਰਾਇਲ ਨੂੰ ਪ੍ਰਵਾਨਗੀ ਦਿੱਤੀ ਹੈ ਕਿਉਂਕਿ ਹੁਣ ਤੀਜੀ ਲਹਿਰ ਦੇ ਅਗਰ ਖਤਰੇ ਦੀ ਗੱਲ ਕੀਤੀ ਜਾਵੇ, ਪਹਿਲਾਂ ਵੀ ਦੱਸਿਆ ਗਿਆ ਹੈ, ਸਿਹਤ ਮੰਤਰਾਲੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਤੋਂ ਪਹਿਲਾਂ ਬੱਚਿਆਂ ਨੂੰ ਬਚਾਉਣ ਵਾਸਤੇ ਪਹਿਲਾਂ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ। ਉਧਰ ਕੋਰੋਨਾ ਤੇ ਕੇਂਦਰ ਸਰਕਾਰ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ। ਦੇਸ਼ ਦੇ ਵਿੱਚ ਕੋਰੋਨਾ ਦੇ ਨਾਲ 2% ਤੋਂ ਘੱਟ ਆਬਾਦੀ ਇਸ ਵੇਲੇ ਸਿਰਫ ਪ੍ਰਭਾਵਿਤ ਹੋਈ ਹੈ। 98% ਆਬਾਦੀ ਤੇ ਅਜੇ ਵੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਕੋਰੋਨਾ ਨੂੰ ਲੈ ਕੇ ਵਰਤਣੀ ਹੋਵੇਗੀ ਹੋਰ ਵੀ ਜ਼ਿਆਦਾ ਚੌਕਸੀ। ਕੇਂਦਰ ਸਰਕਾਰ ਵੱਲੋਂ ਅਪੀਲ ਵੀ ਕੀਤੀ ਗਈ ਹੈ ਲੋਕਾਂ ਨੂੰ ਕਿ ਇਸ ਵੇਲੇ ਲਾਪਰਵਾਹੀ ਵਾਸਤੇ ਕੋਈ ਵੀ ਜਗ੍ਹਾ ਨਾ ਛੱਡੋ, ਕਿਉਂਕਿ ਅਜੇ ਸਿਰਫ ਜਿੰਨੀ ਵੀ ਆਬਾਦੀ ਹੈ ਪੂਰੀ ਸਾਡੇ ਦੇਸ਼ ਦੀ, ਭਾਰਤ ਦੀ ਜਿੰਨੀ ਵੀ ਆਬਾਦੀ ਹੈ ਉਸ ਦੇ ਵਿੱਚੋਂ ਹਜੇ ਸਿਰਫ ਮਹਿਜ਼ 2% ਲੋਕਾਂ ਨੂੰ ਹੀ ਕੋਰੋਨਾ ਵਾਇਰਸ ਅਫੈਕਟ ਕਰ ਚੁੱਕਿਆ ਹੈ, ਪ੍ਰਭਾਵਿਤ ਕਰ ਚੁੱਕਿਆ ਹੈ। ਹਜੇ 98% ਲੋਕ ਹੋਰ ਬਚੇ ਨੇ ਜਿਨ੍ਹਾਂ ਤੇ ਅਜੇ ਵੀ ਖਤਰਾ ਮੰਡਰਾ ਰਿਹਾ ਹੈ। ਇਸ ਕਰਕੇ ਕੋਰੋਨਾ ਨੂੰ ਇਸ ਵੇਲੇ ਹਲਕੇ ਦੇ ਵਿੱਚ ਬਿਲਕੁਲ ਵੀ ਲੈਣਾ ਨਹੀਂ ਚਾਹੀਦਾ ਔਰ ਚੌਕਸੀ ਹਰ ਹਾਲ ਦੇ ਵਿੱਚ ਵਰਤਣੀ ਚਾਹੀਦੀ ਹੈ। ਉਧਰ ਇੱਕ ਪਾਸੇ ਕੋਰੋਨਾ ਵਾਇਰਸ ਦਾ ਗ੍ਰਾਫ ਵਧ ਰਿਹਾ ਤੇ ਦੂਜੇ ਪਾਸੇ ਵੈਕਸੀਨ ਦੀ ਘਾਟ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਵੈਕਸੀਨ ਦੀ ਘਾਟ ਤੇ ਸੀਰਮ ਇੰਸਟੀਚਿਊਟ ਨੇ ਸਫਾਈ ਦਿੱਤੀ ਹੈ। ਸੀਰਮ ਦੇ CEO ਆਦਾਰ ਪੂਨਾਵਾਲਾ ਦਾ ਇੱਕ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਆਬਾਦੀ ਦੇ ਹਿਸਾਬ ਦੇ ਨਾਲ ਭਾਰਤ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ। ਇੰਨੀ ਆਬਾਦੀ ਦਾ ਵੈਕਸੀਨੇਸ਼ਨ 2-3 ਮਹੀਨੇ ਦੇ ਵਿੱਚ ਸੰਭਵ ਨਹੀਂ ਹੈ ਔਰ ਪੂਰੀ ਦੁਨੀਆ ਦੀ ਵੈਕਸੀਨੇਸ਼ਨ ਦੇ ਵਿੱਚ 2-3 ਸਾਲ ਲੱਗਣਗੇ। ਸੀਰਮ ਇੰਸਟੀਚਿਊਟ ਵੱਲੋਂ ਇਹ ਬਿਆਨ ਸਾਹਮਣੇ ਆਇਆ। ਕੋਰੋਨਾ ਵੈਕਸੀਨ ਦੇ ਨਿਰਯਾਤ ਤੇ ਵੀ
ਆਧਾਰ ਪੂਨਾਵਾਲਾ ਨੇ ਕਿਹਾ ਕਿ ਸਟਾਕ ਵਧਣ ਤੇ ਹੀ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜੀ ਜਾ ਸਕਦੀ ਹੈ ਔਰ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਦੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪੂਨਾਵਾਲਾ ਵੱਲੋਂ ਇਹ तमाम ਗੱਲਾਂ ਕਹੀਆਂ ਗਈਆਂ ਨੇ। ਤਾਂ ਇਸ ਵੇਲੇ ਵੈਕਸੀਨੇਸ਼ਨ ਦੀ ਘਾਟ ਜ਼ਰੂਰ ਬਣੀ ਹੋਈ ਹੈ। ਹਾਲਾਂਕਿ ਸਿਰਫ ਵੈਕਸੀਨੇਸ਼ਨ ਹੀ ਇਸ ਵੇਲੇ ਇਹੋ ਜਿਹਾ ਹਥਿਆਰ ਲੱਗ ਰਿਹਾ ਜੋ ਕਿ ਵਾਇਰਸ ਦੀ ਰੋਕਥਾਮ ਕਰ ਸਕਦਾ ਹੈ, ਪਰ ਉਸ ਤੋਂ ਬਾਅਦ ਜੋ ਇਸ ਵੇਲੇ ਵੱਡਾ ਸੰਕਟ ਬਣਿਆ ਹੋਇਆ ਹੈ ਉਹ ਹੈ ਵੈਕਸੀਨ ਦੀ ਘਾਟ। ਔਰ ਵੈਕਸੀਨ ਦੀ ਘਾਟ ਤੇ ਹੀ ਹੁਣ ਸੀਰਮ ਇੰਸਟੀਚਿਊਟ ਨੇ ਆਪਣੀ ਸਫਾਈ ਦਿੱਤੀ ਹੈ, ਕਿਉਂਕਿ ਸੀਰਮ ਇੰਸਟੀਚਿਊਟ ਵੱਲੋਂ ਵੈਕਸੀਨ ਇਸ ਵੇਲੇ ਬਣਾਈ ਜਾ ਰਹੀ ਹੈ। ਔਰ ਸੀਰਮ ਦੇ CEO ਆਧਾਰ ਪੂਨਾਵਾਲਾ ਦਾ ਹੁਣ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਆਬਾਦੀ ਦੇ ਹਿਸਾਬ ਦੇ ਨਾਲ ਹੀ ਭਾਰਤ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਔਰ ਇੰਨੀ ਆਬਾਦੀ ਦਾ ਵੈਕਸੀਨੇਸ਼ਨ 2-3 ਮਹੀਨੇ ਦੇ ਵਿੱਚ ਹੋਣਾ ਸੰਭਵ ਨਹੀਂ ਹੈ। ਔਰ ਇਸ ਵੇਲੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਆਪਣੇ ਸਿਟੀਜ਼ਨਸ ਨੂੰ, ਆਪਣੇ ਲੋਕਾਂ ਤੱਕ ਵੈਕਸੀਨੇਸ਼ਨ ਪਹੁੰਚਾਈ ਜਾ ਸਕੇ। ਉਧਰ ਪੰਜਾਬ ਦੇ ਪਿੰਡਾਂ ਦੇ ਵਿੱਚ ਵੱਧ ਰਹੇ ਕਰੋਨਾ ਗ੍ਰਾਫ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਠੀਕਰੀ ਪੈਰੇ ਦੇਣ ਦੀ ਅਪੀਲ ਉਹਨਾਂ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਕਰੋਨਾ ਮੁਕਤ ਪਿੰਡ ਅਭਿਆਨ ਨੂੰ ਪ੍ਰਫੁੱਲਤ ਕਰਨ ਦੇ ਲਈ 100% ਵੈਕਸੀਨੇਸ਼ਨ ਪਿੰਡਾਂ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਆ ਜਿਹੜੀਆਂ ਗੱਲਾਂ ਨੇ ਨਾ ਕਿ ਜਿਹੜੇ ਆਪਣੇ ਆਪ ਹੀ ਆਪਾਂ ਡਾਕਟਰ ਬਣ ਜਾਂਦੇ ਨੇ, ਤਰਪਤ ਜੀ ਨੂੰ ਦੱਸਿਆ ਆਪਾਂ ਕਿਸੇ ਡਾਕਟਰ ਬਣ ਸਕਦੇ ਹਾਂ। ਅਗਰ ਸਾਨੂੰ ਕੋਈ ਚੀਜ਼ ਹੋਏ, ਕੋਈ ਸਾਡਾ ਸਿਰ ਦਰਦ ਕਰੇ, ਸਾਡਾ ਗਲਾ ਖਰਾਬ ਹੋਏ, ਸਾਨੂੰ ਜ਼ੁਕਾਮ ਹੋਏ, ਸਾਡਾ ਛਾਤੀ ਦੇ ਦਰਦ ਹੈ, ਬਦਨ ਦਰਦ ਹੈ, ਤਾਂ ਜਾਓ ਆਪਣੇ ਡਾਕਟਰ ਕੋਲ। ਸ਼ਹਿਰਾਂ ਦੇ ਵਿੱਚ ਕਰੋਨਾ ਦਾ ਗ੍ਰਾਫ ਡਿੱਗਿਆ ਤਾਂ ਪਿੰਡਾਂ ਨੇ ਇਸ ਵਾਰ ਟੈਨਸ਼ਨ ਵਧਾ ਦਿੱਤੀ ਹੈ। ਇਸ ਲਈ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਾਂਡ ਸੰਭਾਲੀ ਅਤੇ ਸਿੱਧੇ ਸਰਪੰਚਾਂ ਦੇ ਨਾਲ ਸੰਵਾਦ ਕੀਤਾ ਹੈ। ਵਰਚੁਅਲ ਮੀਟਿੰਗ ਦੇ ਜ਼ਰੀਏ ਜ਼ਮੀਨੀ ਹਕੀਕਤ ਜਾਣੀ ਅਤੇ ਨਾਲ ਹੀ ਨਸੀਹਤ ਦਿੱਤੀ ਹੈ ਕਿ ਪਿੰਡਾਂ ਦੇ ਅੰਦਰ ਅਜਿਹੀਆਂ ਗਲਤੀਆਂ ਨਾ ਕੀਤੀਆਂ ਜਾਣ ਜਿਸ ਨਾਲ ਕਰੋਨਾ ਨੂੰ ਪੈਰ ਪਸਾਰਨ ਦਾ ਮੌਕਾ ਮਿਲ ਜਾਵੇ। ਪਹਿਲਾਂ ਤਾਂ ਆਪਣੇ ਪਿੰਡਾਂ ਦੇ ਵਿੱਚ ਠੀਕਰੀ ਪੈਰੇ ਪਿਛਲੀ ਵਾਰ ਕਰਦੇ ਸੀ ਤੁਸੀਂ ਔਰ ਕਾਬੂ ਹੋ ਗਿਆ ਸੀ ਪਿੰਡਾਂ ਦੇ ਦੱਸੋ ਕਿੰਨੇ ਬਿਮਾਰੀ ਆਈ ਸੀ? ਬਹੁਤ ਘੱਟ ਆਈ ਸੀ। ਹੁਣ ਤੁਸੀਂ ਠੀਕਰੀ ਪੈਰੇ ਛੱਡਤੇ, ਲੋਕਾਂ ਨੂੰ ਆਉਣ ਦੇਣਾ। ਜਿਹੜਾ ਕਿਸੇ ਆਪ ਅਗਰ ਕੋਈ ਪਿੰਡ ਵਾਲੇ ਨੂੰ ਬਿਮਾਰੀ ਆ ਉਹਦਾ ਤਾਂ ਇਲਾਜ ਕਰਾਓ। ਅਗਰ ਕੋਈ ਬਾਹਰੋਂ ਆ ਕੇ ਬਿਮਾਰੀ ਲਿਆਉਂਦਾ ਵਿੱਚ ਉਹਨੂੰ ਰੋਕੋ ਔਰ ਕਹੋ ਭਾਈ ਜਦ ਤੱਕ ਤੂੰ ਆਪਣਾ ਠੀਕ ਨਹੀਂ ਕਰਾਏਗਾ ਅਸੀਂ ਤੇਰੇ ਸਾਡੇ ਪਿੰਡ ਵਿੱਚ ਨਹੀਂ ਸੀ ਆਉਣ ਦੇਣਾ, ਸਾਡੇ ਪਿੰਡ ਨੂੰ ਤੇ ਖਰਾਬ ਕਰੋ। ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਤੇ ਟੈਸਟਿੰਗ ਦੀ ਹੌਲੀ ਰਫ਼ਤਾਰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਇਸ ਲਈ ਮੁੱਖ ਮੰਤਰੀ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਇਸ ਦੇ ਲਈ ਜਾਗਰੂਕ ਕਰਨ ਅਤੇ ਨਾਲ ਹੀ ਐਲਾਨ ਵੀ ਕਰ ਦਿੱਤਾ ਹੈ ਕਿ 100% ਵੈਕਸੀਨੇਸ਼ਨ ਵਾਲੇ ਪਿੰਡਾਂ ਨੂੰ ਖਾਸ ਗ੍ਰਾਂਟ ਮਿਲੇਗੀ। ਜਿਹੜਾ ਪਿੰਡ 100% ਵੈਕਸੀਨੇਸ਼ਨ ਕਰੂਗਾ ਉਹਨੂੰ ਮੈਂ 10 ਲੱਖ ਦਾ ਗ੍ਰਾਂਟ ਦੇਵਾਂਗਾ ਆਪਣੀ ਡਿਵੈਲਪਮੈਂਟ ਵਾਸਤੇ। ਹੁਣ ਨੋਟ ਕਰ ਲਓ, ਜਿੰਨੇ ਵੈਕਸੀਨ, ਮੈਨੂੰ ਪਤਾ ਵੈਕਸੀਨੇਸ਼ਨ ਦਾ ਕੋਈ ਡਰ ਹੈ, ਪਰ ਜਦ ਆਓ ਲੱਗ ਜਾਓ ਲਾਈਨਾਂ ਦੇ ਵਿੱਚ ਔਰ ਕਰਾ ਲਓ ਆਪਣੀ ਵੈਕਸੀਨੇਸ਼ਨ ਔਰ ਤੁਹਾਡੀ ਗ੍ਰਾਂਟ ਮੈਂ ਦੇ ਦੂੰਗਾ। ਜੋ ਕੁਝ ਤੁਸੀਂ ਆਪਣੇ ਪਿੰਡ 'ਚ ਕਰਾਉਣਾ ਤੁਸੀਂ ਕਰਾ ਲਓ। ਪੰਜਾਬ ਦੇ ਅੰਦਰ ਕਰੋਨਾ ਦੇ ਜ਼ਿਆਦਾਤਰ ਮਾਮਲੇ ਐਸੇ ਨੇ ਜਿਨ੍ਹਾਂ ਵਿੱਚ ਮਰੀਜ਼ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਸ ਲਈ ਹੈਲਥ ਸਿਸਟਮ ਤੇ ਬੋਝ ਵੱਧ ਰਿਹਾ ਹੈ ਅਤੇ ਖੁਦ ਸੀਐਮ ਨੇ ਅੰਕੜਿਆਂ ਦੇ ਜ਼ਰੀਏ ਹਕੀਕਤ ਬਿਆਨ ਕੀਤੀ ਹੈ, ਜਿਸ ਦੇ ਮੁਤਾਬਕ ਲੈਵਲ 2 ਤੇ ਲੈਵਲ 3 ਦੇ ਅਜਿਹੇ ਮਰੀਜ਼ ਇਸ ਵਕਤ ਹਸਪਤਾਲਾਂ ਦੇ ਵਿੱਚ ਭਰਤੀ ਨੇ ਜਿਨ੍ਹਾਂ ਨੂੰ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਤੱਕ ਦੀ ਜ਼ਰੂਰਤ ਵੱਧ ਰਹੀ ਹੈ। ਯਾਨੀ ਕਰੋਨਾ ਨੂੰ ਮਾਤ ਦੇਣ ਦੇ ਲਈ ਸਰਕਾਰ ਤੇ ਸਿਸਟਮ ਦੇ ਨਾਲ-ਨਾਲ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ ਤਾਂ ਕਿ ਜਲਦ ਬਿਮਾਰੀ ਨੂੰ ਫੜ ਕੇ ਉਸ ਦਾ ਇਲਾਜ ਕੀਤਾ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਕੋਵਿਡ ਜੰਗ ਦੇ ਲਈ ਤਿਆਰੀਆਂ ਨੂੰ ਲੈ ਕੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਮਜੀਠੀਆ ਨੇ ਸਵਾਲ ਚੁੱਕੇ ਕਿ ਸਰਕਾਰ ਨੇ ਸਮਾਂ ਰਹਿੰਦਿਆਂ ਕਿਉਂ ਨਹੀਂ ਤਿਆਰੀ ਕੀਤੀ, ਤਾਂ ਉਧਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਬਦਇੰਤਜ਼ਾਮੀ ਦੇ ਇਲਜ਼ਾਮ ਲਗਾਏ ਨੇ। ਸੈਕੰਡ ਵੇਵ ਆ ਰਹੀ ਹੈ, ਜੇ ਕੇਰਲਾ ਤਿਆਰੀ ਕਰ ਸਕਦਾ ਸੀ, ਜੇ ਬੰਬੇ 'ਚ 80,000 90,000 ਕੇਸਿਸ ਇੱਕ ਦਿਨ ਦੇ ਹੋ ਗਏ ਸੀ, ਜੇ ਉਹ ਘਟਾ ਕੇ ਅੱਜ ਮੈਨੂੰ ਲੱਗਦਾ 1600 ਤੇ ਲਿਆ ਸਕਦੇ ਆ, ਤੇ ਸਾਡੀ ਆ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਆ? ਕਿਹੜੀ ਤਿਆਰੀ ਕੀਤੀ? ਜਾਂ ਕਹਿ ਰਹੇ ਹੁਣ ਥਰਡ ਵੇਵ ਆਉਣੀ ਆ ਜਿਸ 'ਚ ਬੱਚਿਆਂ ਨੂੰ ਬੜੀ ਮਾਰ ਪੈਣੀ, ਉਹਦੇ ਲਈ ਕੀ ਤਿਆਰੀ ਹੋ ਰਹੀ ਹੈ? ਜ਼ੀਰੋ। ਵੀ ਭਾਈ ਮੇਰੀ ਨਾਕਾਮੀ ਕਰਕੇ ਕਰੋਨਾ ਨਾਲ ਇੰਨੀਆਂ ਜਾਨਾਂ ਜਾ ਰਹੀਆਂ, ਪਿੰਡਾਂ ਤੱਕ ਕਰੋਨਾ ਪਹੁੰਚ ਗਿਆ ਔਰ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਆਕਸੀਜਨ ਦਾ ਸਮੇਂ ਤੇ ਇੰਤਜ਼ਾਮ ਨਹੀਂ ਹੋਇਆ, ਵੈਂਟੀਲੇਟਰ ਦਾ ਇੰਤਜ਼ਾਮ ਨਹੀਂ ਹੋਇਆ, ਕੇਂਦਰ ਤੋਂ ਆਏ ਹੋਏ ਵੈਂਟੀਲੇਟਰ ਵੀ ਇਹ ਯੂਜ਼ ਨਹੀਂ ਕਰ ਸਕੇ। ਇਹਦੇ ਲਈ ਸਭ ਤੋਂ ਪਹਿਲਾਂ ਮਾਫੀ ਮੰਗਣ ਮੁੱਖ ਮੰਤਰੀ ਸਾਹਿਬ ਸਾਡੇ ਪਿੰਡਾਂ ਵਾਲਿਆਂ ਤੋਂ, ਤੇ ਉਸ ਤੋਂ ਬਾਅਦ ਫਿਰ ਆਪਦੀ ਕੋਈ ਫਿਲਹਾਲ